ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਸਤ ਸੰਗਤ ਉਹ ਹੈ ਜਿੱਥੇ ਸਿਰਫ ਅਕਾਲ ਪੁਰਖ ਦਾ ਨਾਮ ਸਲਾਹਿਆ ਜਾਂਦਾ ਹੈ ਅਤੇ ਸਤ ਸੰਗਤ ਅੰਦਰ ਨਾਮ ਜਪਣਾ ਹੀ ਉਸ ਦਾ ਹੁਕਮ ਹੈ ਅਤੇ ਨਾਮ ਅਤੇ ਹੁਕਮ ਦੀ ਸੋਝੀ ਸਿਰਫ ਸਤਿਗੁਰੂ ਹੀ ਦੇ ਸਕਦਾ ਹੈ। सत संगत कैसी जानिए जिथे एको नाम वखानिए, एको नाम हुक्म है नानक सतगुरु दिया बुझाए जियो। ਜਿਹੜੇ ਮਨੁੱਖ ਸਤਸੰਗ ਵਿੱਚ ਮਿਲ ਕੇ ਬੈਠਦੇ ਹਨ ਉਹ ਵਿਅਰਥ ਦੇ ਤੋਖਲੇ ਫਿਕਰਾਂ ਤੋਂ ਬਚ ਜਾਂਦੇ ਹਨ ਅਤੇ ਮਨੁੱਖਾ ਜਨਮ ਸਫਲ ਕਰ ਲੈਂਦੇ ਹਨ। ਜਿਸ ਤਰ੍ਹਾਂ ਮੂੰਹ ਅੰਦਰ ਖੰਡ ਜਾਣ ਦੇ ਨਾਲ ਹੀ ਮਿਠਾਸ ਪਾਈ ਜਾ ਸਕਦੀ ਹੈ, ਉਸੇ ਤਰ੍ਹਾਂ ਗੁਰਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਹੀ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰੂ ਦੀ ਕਿਰਪਾ ਹੀ ਹੈ ਜਿਸ ਨਾਲ ਮਨੁੱਖ ਨੂੰ ਅਡੋਲਤਾ ਵਾਲੀ ਉੱਚੀ ਆਤਮਿਕ ਅਵਸਥਾ ਮਿਲ ਸਕਦੀ ਹੈ। ਜਿਸ ਤਰ੍ਹਾਂ ਇੱਕ ਸੁੱਕੀ ਲੱਕੜੀ ਪਾਣੀ ਨਾਲ ਹਰੀ ਭਰੀ ਹੋ ਜਾਂਦੀ ਹੈ, ਉਸੇ ਤਰ੍ਹਾਂ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣ ਨਾਲ ਇੱਕ ਵਿਕਾਰੀ ਮਨੁੱਖ ਦੁੱਖਾਂ ਵਿੱਚੋਂ ਨਿਕਲ ਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੁਕੇ ਕਾਸਟ ਹਰਿਆ। ਅਸੀਂ ਗੁਰੂ ਦੀ ਸ਼ਰਨ ਵਿੱਚ ਤਾਂ ਹੀ ਸਵਕਾਰੇ ਜਾ ਸਕਦੇ ਹਾਂ ਜੇਕਰ ਗੁਰੂ ਨੂੰ ਅਪਣਾਈਏ, ਗੁਰੂ ਨੂੰ ਆਪਣਾ ਬਣਾਈਏ। ਜੇਕਰ ਗੁਰੂ ਨਾਲ ਕੋਈ ਵਾਅਦਾ ਨਾ ਕਰੀਏ, ਬਾਣੀ ਨਾ ਪੜ੍ਹੀਏ, ਨਾ ਹੀ ਸਮਝੀਏ, ਜੀਵਨ ਵਿੱਚ ਕੁਝ ਅਪਣਾਈਏ ਨਾ, ਤਾਂ ਗੁਰੂ ਨੂੰ ਆਪਣਾ ਕਿਸ ਤਰ੍ਹਾਂ ਬਣਾ ਸਕਦੇ ਹਾਂ। ਖਾਲੀ ਗੁਰਦੁਆਰਾ ਸਾਹਿਬ ਆਪਣੀ ਹਾਜ਼ਰੀ ਲਵਾ ਕੇ ਲੰਗਰ ਖਾ ਕੇ ਵਾਪਸ ਆ ਜਾਣਾ ਤਾਂ ਇਸੇ ਤਰ੍ਹਾਂ ਹੋਇਆ ਕਿ ਸਕੂਲ ਤਾਂ ਗਏ, ਹਾਜ਼ਰੀ ਲਵਾ ਲਈ, ਪਰ ਪੜ੍ਹਿਆ ਕੁਝ ਨਹੀਂ, ਸਮਝਿਆ ਕੁਝ ਵੀ ਨਹੀਂ। ਕੀ ਕੋਈ ਇਸ ਤਰ੍ਹਾਂ ਬਿਨਾਂ ਪੜ੍ਹੇ ਹੋਏ ਪਾਸ ਹੋ ਸਕਦਾ ਹੈ? ਜੇ ਨਹੀਂ ਤਾਂ ਅਸੀਂ ਸਿੱਖੀ ਦੇ ਇਮਤਿਹਾਨ ਵਿੱਚੋਂ ਕਿਸ ਤਰ੍ਹਾਂ ਪਾਸ ਹੋ ਸਕਦੇ ਹਾਂ? ਅਸੀਂ ਰਹਿਰਾਸ ਸਾਹਿਬ ਦੇ ਪਾਠ ਵਿੱਚ ਰੋਜ਼ਾਨਾ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਦਾ ਸਵਾਦ ਪ੍ਰਾਪਤ ਨਹੀਂ ਕੀਤਾ, ਜਿਨ੍ਹਾਂ ਨੂੰ ਅਕਾਲ ਪੁਰਖ ਦਾ ਨਾਮ ਨਹੀਂ ਮਿਲਿਆ, ਉਹ ਬਦਕਿਸਮਤ ਹਨ। ਉਹ ਜਮਾਂ ਦੇ ਵਸ ਪਏ ਹੋਏ ਸਮਝੋ। ਉਹਨਾਂ ਮਨੁੱਖਾਂ ਦੇ ਸਿਰ ਉੱਤੇ ਆਤਮਿਕ ਮੋਹਰ ਸਦਾ ਸਵਾ ਰਹਿੰਦੀ ਹੈ। ਸਾਡੀ ਅੱਜ ਦੀ ਇੱਕ ਐਸੇ ਹੀ ਵਿਅਕਤੀ ਦੀ ਸਾਖੀ ਜੋ ਕਿ ਦੁਨਿਆਵੀ ਕਾਰ ਵਿਹਾਰ, ਪੁੱਤਰ ਧੀਆਂ ਪਤਨੀ ਆਦਿਕ ਸੰਸਾਰੀ ਕੰਮ ਧੰਦਿਆਂ ਵਿੱਚ ਹੀ ਮਗਨ ਸੀ। ਉਸਨੇ ਕਦੀ ਸੰਗਤ ਨਹੀਂ ਸੀ ਕੀਤੀ, ਪਰ ਇੱਕ ਦਿਨ ਕਿਸੇ ਕਾਰਨਵਸ਼ ਉਸਨੇ ਗਲਤੀ ਨਾਲ ਹੀ ਸੰਗਤ ਕਰ ਲਈ ਅਤੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਵੀ ਉਸਨੂੰ ਸਾੜ ਦਿੱਤਾ। 4-5 ਦਿਨਾਂ ਵਿੱਚ ਭੁੱਲ ਵੀ ਗਏ। ਉਧਰੋਂ ਧਰਮਰਾਜ ਦੀ ਕਚਹਿਰੀ ਵਿੱਚ ਵੀ ਉਸਦਾ ਬੁਰਾ ਹਾਲ ਹੋਇਆ ਅਤੇ ਉਸਨੂੰ ਨਰਕਾਂ ਦੀ ਅੱਗ ਵਿੱਚ ਸੁੱਟਣ ਦਾ ਹੁਕਮ ਜਾਰੀ ਹੋ ਗਿਆ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਮੁੰਦਾ ਜੋ ਕਿ ਗੁਰੂ ਦਾ ਸਿੱਖ ਬਣਿਆ ਸੀ, ਸਿੱਖ ਬਣਨ ਤੋਂ ਪਹਿਲਾਂ ਉਸ ਦਾ ਜੀਵਨ ਮਾਇਆਵਾਦੀ ਸੀ। ਉਹ ਧਨ ਇਕੱਠਾ ਕਰਦਾ, ਇਸਤਰੀ ਨਾਲ ਪਿਆਰ ਕਰਦਾ ਸੀ, ਇਸਤਰੀ ਵਾਸਤੇ ਲੀੜੇ ਗਹਿਣੇ ਅਤੇ ਖੁਸ਼ੀਆਂ ਦਾ ਸਮਾਨ ਲਿਆਉਂਦਾ ਸੀ। ਧੀਆਂ ਪੁੱਤਰਾਂ ਨਾਲ ਬੜਾ ਹੀ ਮੋਹ ਸੀ। ਕਦੇ ਕਿਸੇ ਧਾਰਮਿਕ ਅਸਥਾਨ ਤੇ ਕਦੀ ਨਹੀਂ ਸੀ ਗਿਆ। ਵਾਹਿਗੁਰੂ ਹੈ ਕਿ ਨਹੀਂ, ਇਹ ਸਵਾਲ ਉਸਦੇ ਮਨ ਵਿੱਚ ਕਦੀ ਫੁਰਿਆ ਹੀ ਨਹੀਂ। ਜੇਕਰ ਕਿਤੇ ਉਸਦੇ ਚਾਲ ਛਿੱਲੜ ਗੁਆਚ ਜਾਂਦੇ ਤਾਂ ਉਸਦੀ ਆਤਮਾ ਬੜੀ ਦੁਖੀ ਹੁੰਦੀ ਸੀ। ਉਹ 2-2 ਦਿਨ ਰੋਟੀ ਨਹੀਂ ਸੀ ਖਾਂਦਾ। ਧਨ ਇਕੱਠਾ ਕਰਨਾ ਉਸਦਾ ਪਰਮ ਧਰਮ ਬਣ ਗਿਆ ਸੀ। ਇੱਕ ਦਿਨ ਭੁਲੇਖੇ ਨਾਲ ਹੀ ਉਹ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਗਿਆ। ਉਸ ਵੇਲੇ ਇੱਕ ਗੁਰਮੁਖ ਇਹ ਸ਼ਬਦ ਪੜ੍ਹਦਾ ਪਿਆ ਸੀ, ਆਨੰਦਿਨੀ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ 4-6 ਛਾੜ ਚਲਿਓ ਸਭ ਕੋਏ। ਅਤੇ ਨਾਲ ਹੀ ਉਸ ਗੁਰਸਿੱਖ ਨੇ ਇਸ ਸ਼ਬਦ ਦੀ ਵਿਆਖਿਆ ਵੀ ਕਰ ਦਿੱਤੀ। ਸ਼ਬਦ ਦੇ ਭਾਵ ਨੇ ਭਾਈ ਸਮੁੰਦੇ ਦੀ ਆਤਮਾ ਤੇ ਕਾਬੂ ਪਾ ਲਿਆ। ਉਸ ਦੀ ਬੁੱਧੀ ਜਾਗ ਪਈ। ਉਹ ਸੋਚਣ ਲੱਗਾ ਕਿ ਜੋ ਵੀ ਕੁਝ ਮੈਂ ਕਰਦਾ ਪਿਆ ਹਾਂ ਇਹ ਚੰਗਾ ਹੈ ਜਾਂ ਜੋ ਗੁਰਮੁਖ ਆਖ ਰਿਹਾ ਹੈ ਉਹ ਚੰਗਾ ਹੈ। ਉਹ ਬੌਂਦਲਿਆ ਜਾ ਗਿਆ। ਉੱਠ ਕੇ ਉਹ ਘਰ ਚਲਾ ਗਿਆ। ਉਸ ਦਾ ਰੋਟੀ ਖਾਣ ਨੂੰ ਚਿੱਤ ਹੀ ਨਾ ਕੀਤਾ। ਉਸ ਦੀ ਰਾਤ ਦੀ ਨੀਂਦ ਵੀ ਉੱਡ ਗਈ। ਜਿੱਥੇ ਉਹ ਰਾਤ ਨੂੰ ਕੂਕ ਸੌਂਦਾ ਸੀ ਅੱਜ ਸੋਚੀ ਪਿਆ ਹੈ ਮਾਇਆ ਇਕੱਠੀ ਕਰਨੀ ਚੰਗੀ ਹੈ ਜਾਂ ਨਹੀਂ। ਇਸਤਰੀਆਂ ਧੀਆਂ ਪੁੱਤਰਾਂ ਦਾ ਸੰਬੰਧ ਕਿੱਥੋਂ ਤੱਕ ਹੈ। ਉਸ ਦੀਆਂ ਅੱਖਾਂ ਅੱਗੇ ਕੁਝ ਝਾਕੀਆਂ ਆ ਲੱਗੀਆਂ। ਇਹ ਇੱਕ ਝਾਕੀ ਵੀ ਆਈ ਕਿ ਕੋਈ ਮਰ ਗਿਆ ਹੈ। ਉਸ ਦੇ ਪੁੱਤਰ ਨੋਹਾਂ ਧੀਆਂ ਅਤੇ ਇਸਤਰੀ ਉਸ ਨੂੰ ਸੜ ਕੇ ਘਰ ਆ ਗਏ। 4 ਦਿਨਾਂ ਪਿੱਛੋਂ ਕਿਸੇ ਨੇ ਉਸ ਦਾ ਨਾਮ ਵੀ ਨਾ ਲਿਆ। ਉਹ ਭੁੱਲ ਗਏ। ਸੁਮਿੰਦੇ ਨੂੰ ਆਪਣੇ ਮਾਂ-ਬਾਪ ਵੀ ਚੇਤੇ ਆਏ ਕਿ ਉਹ ਉਸ ਕੋਲੋਂ ਤੁਰ ਗਏ ਹਨ। ਉਸ ਨੂੰ ਵੀ 4 ਦਿਨਾਂ ਦੇ ਦੁੱਖ ਪਿੱਛੋਂ ਉਹ ਭੁੱਲ ਗਏ ਸਨ।
ਇਸ ਤਰ੍ਹਾਂ ਸੋਚਦੇ ਸੋਚਦੇ ਨੂੰ ਨੀਂਦਰ ਆ ਗਈ ਅਤੇ ਨੀਂਦਰ ਵਿੱਚ ਉਸ ਨੂੰ ਸੁਪਨਾ ਆਇਆ ਜੋ ਕਿ ਬੜਾ ਭਿਆਨਕ ਸੀ। ਉਸਨੇ ਵੇਖਿਆ ਕਿ ਉਹ ਬਿਮਾਰ ਹੋ ਜਾਂਦਾ ਹੈ। ਬਿਮਾਰੀ ਵੇਲੇ ਉਸਦੇ ਧੀਆਂ ਪੁੱਤਰ ਇਸਤਰੀ ਸਾਕ ਸੰਬੰਧੀ ਉਸਦੇ ਕੋਲ ਆਉਂਦੇ ਹਨ। ਪਹਿਲਾਂ ਹਿੱਤ ਕਰਦੇ ਹਨ। ਹੌਲੀ ਹੌਲੀ ਜਿਵੇਂ ਜਿਵੇਂ ਉਸਦੀ ਬਿਮਾਰੀ ਵੱਧਦੀ ਜਾਂਦੀ ਹੈ ਤਿਉਂ ਹੀ ਸਾਰਿਆਂ ਦਾ ਹਿੱਤ ਘਟਦਾ ਜਾਂਦਾ ਹੈ। ਆਖਰ ਵੇਲਾ ਵੀ ਆ ਜਾਂਦਾ ਹੈ ਅਤੇ ਜਮਦੂਤ ਉਸਦੀ ਜਾਨ ਕੱਢਣ ਵਾਸਤੇ ਆ ਜਾਂਦੇ ਹਨ। ਉਹਨਾਂ ਦੀਆਂ ਭੈੜੀਆਂ ਸ਼ਕਲਾਂ ਵੇਖ ਕੇ ਉਹ ਹੋਰ ਭੈਭੀਤ ਹੋ ਗਿਆ। ਆਪਣੀ ਇਸਤਰੀ ਨੂੰ ਆਖਣ ਲੱਗਾ ਕਿ ਮੇਰੀ ਸਹਾਇਤਾ ਕਰ, ਮੈਨੂੰ ਜਮਾਂ ਕੋਲੋਂ ਬਚਾ। ਅੱਗੋਂ ਰੋਂਦੀ ਹੋਈ ਇਸਤਰੀ ਸਿਰ ਫੇਰ ਦਿੰਦੀ ਹੈ ਕਿ ਮੈਂ ਨਹੀਂ ਬਚਾ ਸਕਦੀ। ਜਮ ਉਸਦੀ ਰੂਹ ਨੂੰ ਮਾਰਦੇ ਕੁੱਟਦੇ ਹੋਏ ਧਰਮਰਾਜ ਕੋਲ ਲੈ ਜਾਂਦੇ ਹਨ। ਧਰਮਰਾਜ ਆਖਦਾ ਹੈ ਇਹ ਮਹਾਪਾਪੀ ਹੈ, ਇਸਨੇ ਸਾਰੇ ਜੀਵਨ ਵਿੱਚ ਕਦੀ ਸਿਮਰਨ ਨਹੀਂ ਕੀਤਾ, ਨੇਕੀ ਨਹੀਂ ਖੱਟੀ। ਇਸ ਮਹਾਪਾਪੀ ਨੂੰ ਨਰਕਾਂ ਦੀ ਅੱਗ ਵਿੱਚ ਸੁੱਟੋ ਜਿੱਥੇ ਇਹ ਸਾਰਾ ਜਨਮ ਸੜਦਾ ਰਹੇਗਾ। ਉਸਦੇ ਜਮਦੂਤ ਵੀ ਕਹਿਣ ਲੱਗੇ ਸੁੱਟੋ ਇਹ ਮਹਾਪਾਪੀ ਹੈ। ਧਰਮਰਾਜ ਦਾ ਇਹ ਹੁਕਮ ਸੁਣ ਕੇ ਜਮ ਉਸ ਨੂੰ ਅੱਗ ਨਰਕ ਵੱਲ ਤੁਰੇ। ਜਦੋਂ ਨਰਕ ਦੇ ਨੇੜੇ ਪੁੱਜਾ ਤਾਂ ਸਮੁੰਦਰ ਨੇ ਵੇਖਿਆ ਕਿ ਬੜੀ ਹੀ ਭਿਆਨਕ ਅੱਗ ਬਲਦੀ ਪਈ ਹੈ। ਉਸ ਦਾ ਸੇਕ ਦੂਰ ਤੱਕ ਜਾਂਦਾ ਸੀ। ਉਸ ਅੱਗ ਦੇ ਕੋਲ ਪੁੱਜਣ ਤੋਂ ਪਹਿਲਾਂ ਹੀ ਹਰ ਚੀਜ਼ ਸੜ ਜਾਂਦੀ ਸੀ। ਸਮੁੰਦਰ ਨੇ ਵੇਖਿਆ ਅਤੇ ਸੁਣਿਆ ਕਿ ਕਈ ਮਹਾਪਾਪੀ ਉਸ ਨਰਕ ਭੱਠ ਵਿੱਚ ਸੜ ਕੇ ਕੁਰਲਾ ਰਹੇ ਸਨ। ਸਮੁੰਦਰ ਇਹ ਵੇਖ ਕੇ ਦਹਿਲ ਗਿਆ, ਡਰ ਗਿਆ। ਜਦੋਂ ਜਮ ਉਸ ਨੂੰ ਚੁੱਕ ਕੇ ਅੱਗ ਵਿੱਚ ਸੁੱਟਣ ਲੱਗੇ ਤਾਂ ਉਸ ਦੀ ਚੀਕ ਨਿਕਲ ਗਈ। ਉਸ ਦੀ ਚੀਕ ਨਾਲ ਹੀ ਉਸ ਦੀ ਅੱਖ ਵੀ ਖੁੱਲ ਗਈ। ਉਹ ਤਰਬਕ ਕੇ ਉੱਠਿਆ। ਅੱਖਾਂ ਮਲ ਕੇ ਉਸਨੇ ਦੇਖਿਆ ਕਿ ਉਹ ਨਰਕਾਂ ਵਿੱਚ ਨਹੀਂ, ਆਪਣੇ ਘਰ ਹੀ ਬੈਠਾ ਹੈ। ਹਲੇ ਉਹ ਮਰਿਆ ਨਹੀਂ, ਜਿਉਂਦਾ ਹੈ। ਪਰ ਉਸ ਦਾ ਕਲੇਜਾ ਇੰਨਾ ਜ਼ੋਰ ਨਾਲ ਧੜਕ ਰਿਹਾ ਸੀ ਕਿ ਸਾਹ ਆਉਣਾ ਵੀ ਉਸ ਨੂੰ ਮੁਸ਼ਕਿਲ ਹੋ ਗਿਆ। ਸਾਰਾ ਮੁੜਕੇ ਨਾਲ ਉਹ ਗਿੱਲਾ ਹੋ ਚੁੱਕਾ ਸੀ। ਸਮੁੰਦਰ ਮੰਜੀ ਤੋਂ ਉੱਠ ਬੈਠਾ। ਹਜੇ ਵੀ ਰਾਤ ਬਾਕੀ ਸੀ। ਅਸਮਾਨ ਉੱਤੇ ਤਾਰੇ ਉਸ ਉੱਪਰ ਹੱਸਦੇ ਪਏ ਸਨ। ਘਰ ਦੇ ਅਤੇ ਆਂਢੀ ਗੁਆਂਢੀ ਸਭ ਸੁੱਤੇ ਪਏ ਸਨ। ਚਾਰੇ ਪਾਸੇ ਚੁੱਪਚਾਪ ਸੀ। ਉਸ ਚੁੱਪ ਅਤੇ ਹਨੇਰੇ ਵਿੱਚੋਂ ਸਮੁੰਦਰ ਘਰੋਂ ਨਿਕਲ ਤੁਰਿਆ ਜਿਸ ਤਰ੍ਹਾਂ ਕਿਸੇ ਦੇ ਘਰ ਵਿੱਚੋਂ ਚੋਰ ਨਿਕਲਦਾ ਹੈ। ਦੱਬੇ ਪੈਰੀ, ਧੜਕਦੇ ਦਿਲ, ਕਾਲੀ ਕਾਲੀ। ਸਮੁੰਦਰ ਉਸ ਟਿਕਾਣੇ ਪੁੱਜਾ ਜਿੱਥੇ ਗੁਰਮੁਖ ਆਏ ਹੋਏ ਸੀ। ਉਹ ਗੁਰਮੁਖ ਜਾਗ ਰਹੇ ਸਨ ਅਤੇ ਇਸ਼ਨਾਨ ਕਰ ਰਹੇ ਸਨ। ਇਸ਼ਨਾਨ ਕਰਕੇ ਉਹਨਾਂ ਰੱਬੀ ਭਜਨ ਕਰਨਾ ਸ਼ੁਰੂ ਕਰ ਦਿੱਤਾ। ਘਬਰਾਇਆ ਹੋਇਆ ਸਮੁੰਦਰ ਉਹਨਾਂ ਕੋਲ ਜਾ ਬੈਠਾ। ਉਸ ਤੇ ਬੈਠਿਆਂ ਹੀ ਦਿਨ ਚੜ ਗਿਆ। ਦਿਨ ਚੜੇ ਉਹ ਗੁਰਮੁਖਾਂ ਦੇ ਚਰਨੀ ਦੇਖ ਕੇ ਇਸ ਤਰ੍ਹਾਂ ਕੁਰਲਾਇਆ ਅਤੇ ਬੇਨਤੀਆਂ ਕਰਨ ਲੱਗਾ, ਮੈਨੂੰ ਆਪਣੇ ਗੁਰੂ ਕੋਲੋਂ ਲੈ ਚੱਲੋ, ਮੈਂ ਮਹਾਪਾਪੀ ਹਾਂ। ਮੈਨੂੰ ਨਰਕਾਂ ਤੋਂ ਬੜਾ ਡਰ ਹੈ। ਮੈਂ ਕਿਵੇਂ ਬਖਸ਼ਿਆ ਜਾਵਾਂਗਾ? ਮੈਨੂੰ ਸਵਰਗ ਦਾ ਰਾਹ ਦੱਸੋ, ਨਰਕਾਂ ਦੀ ਭਿਆਨਕ ਅੱਗ ਤੋਂ ਬਚਾਓ। ਸੰਤ ਜਗਤ ਦੇ ਰੱਖਿਅਕ ਹੁੰਦੇ ਹਨ, ਭੁੱਲਿਆਂ ਨੂੰ ਰਾਹ ਪਾਉਂਦੇ ਹਨ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ। ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਵਾਸਤੇ ਨਗਰ ਵਿੱਚੋਂ ਸਮਾਨ ਇਕੱਠਾ ਕਰਦੇ ਪਏ ਸਨ। ਉਹਨਾਂ ਨੇ ਭਾਈ ਸਮੁੰਦਰ ਦੀ ਬੇਨਤੀ ਸੁਣੀ, ਉਸ ਨੂੰ ਧੀਰਜ ਦਿੱਤਾ ਅਤੇ ਆਖਿਆ, ਪੁਰਖਾ ਸਵੇਰੇ ਸਾਡੇ ਨਾਲ ਚੱਲੀ। ਉੱਥੇ ਜਗਤ ਰੱਖਿਅਕ ਗੁਰੂ ਜੀ ਬਿਰਾਜਮਾਨ ਹਨ, ਉਹਨਾਂ ਦੇ ਦਰਸ਼ਨ ਕਰੀ ਤਾਂ ਤੇਰਾ ਉਧਾਰ ਹੋ ਜਾਵੇਗਾ। ਅਗਲੇ ਦਿਨ ਭਾਈ ਸਮੁੰਦਰ ਸਿੱਖਾਂ ਦੇ ਨਾਲ ਚੱਕ ਰਾਮਦਾਸਪੁਰ ਪੁੱਜਾ। ਅੱਗੇ ਦੀਵਾਨ ਲੱਗਾ ਹੋਇਆ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰਗੱਦੀ ਉੱਤੇ ਬਿਰਾਜਮਾਨ ਸਨ ਅਤੇ ਸਿੱਖਾਂ ਨੂੰ ਉਪਦੇਸ਼ ਕਰ ਰਹੇ ਸਨ। ਸਮੁੰਦਰ ਵੀ ਉਹਨਾਂ ਦੇ ਚਰਨਾਂ ਉੱਤੇ ਜਾ ਡਿੱਗਾ ਅਤੇ ਰੋ ਕੇ ਬੇਨਤੀ ਕੀਤੀ, ਦਾਤਾ ਮੈਨੂੰ ਬਖਸ਼ ਲਵੋ, ਮੈਨੂੰ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸੋ। ਨਰਕਾਂ ਦੀ ਅੱਗ ਕੋਲੋਂ ਮੈਨੂੰ ਬੜਾ ਭੈ ਲੱਗਦਾ ਹੈ। ਮੈਂ ਪਹਿਲੇ ਹੀ ਆਪਣੀ ਸਾਰੀ ਆਯੂ ਵਿਅਰਥ ਗਵਾਲੀ ਹੈ। ਮੈਨੂੰ ਵੀ ਚੰਗਾ ਜੀਵਨ ਜਿਉਣ ਦਾ ਢੰਗ ਦੱਸੋ। हे ਦਾਤਾ, ਦਿਆਲੂ ਅਤੇ ਕਿਰਪਾਲੂ ਸਤਿਗੁਰੂ, ਮੇਰੇ ਤੇ ਮਿਹਰ ਕਰੋ। ਅੰਤਰਜਾਮੀ ਸਤਿਗੁਰੂ ਜੀ ਨੇ ਦੇਖਿਆ ਸਮੁੰਦਰ ਦੀ ਆਤਮਾ ਪਛਤਾ ਰਹੀ ਹੈ। ਇਹ ਨੇਕੀ ਧਰਮ ਦੇ ਰਾਹ ਉੱਤੇ ਚੱਲਣ ਵਾਸਤੇ ਤਿਆਰ ਹੈ। ਇਸ ਨੂੰ ਗੁਰਮਤਿ ਬਖਸ਼ਣੀ ਯੋਗ ਹੈ। ਸਤਿਗੁਰਾਂ ਨੇ ਫਰਮਾਇਆ, ਸਿੱਖਾ ਤੈਨੂੰ ਵਾਹਿਗੁਰੂ ਨੇ ਇਸ ਸੰਸਾਰ ਤੇ ਨਾਮ ਸਿਮਰਨ ਅਤੇ ਲੋਕ ਸੇਵਾ ਵਾਸਤੇ ਭੇਜਿਆ ਹੈ। ਇਸ ਵਾਸਤੇ ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ ਅਤੇ ਗੁਰਬਾਣੀ ਸੁਣਨਾ, ਨਿੰਦਿਆ ਚੁੰਗਲੀ ਬਖੀਲੀ ਤੋਂ ਦੂਰ ਰਹਿਣਾ। ਇਹ ਜਗਤ ਤੇਰੇ ਵਾਸਤੇ ਜੀਵਨ ਨਹੀਂ ਸਗੋਂ ਰਾਹ ਦਾ ਆਸਰਾ ਹੈ। ਜੀਵਨ ਦਾ ਮਨੋਰਥ ਹੈ ਪ੍ਰਭੂ ਕੋਲੋਂ ਵਿਛੜੇ ਹਾਂ, ਉਸ ਕੋਲ ਪੁੱਜਣਾ ਹੈ ਅਤੇ ਉਹਦੇ ਨਾਲ ਇਸ ਤਰ੍ਹਾਂ ਕੋਲ ਮਿਲ ਜਾਣਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਜਿਵੇਂ ਦੋ ਦੀਵਿਆਂ ਦਾ ਚਾਨਣ ਇੱਕ ਪ੍ਰਤੀਤ ਹੁੰਦਾ ਹੈ। ਸੱਚ ਬੋਲੀ, ਗੁਰਦੁਆਰੇ ਜਾਈ ਅਤੇ ਭੁੱਖੇ ਸਿੱਖਾਂ ਨੂੰ ਪ੍ਰਸ਼ਾਦ ਛਕਾਇਆ ਕਰੀ। ਇਹ ਹੈ ਜੀਵਨ ਜੁਗਤੀ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਭਾਈ ਸਮੁੰਦਰ ਗੁਰਮਤਿ ਦੇ ਰਾਹ ਤੇ ਤੁਰ ਪਿਆ ਅਤੇ ਗੁਰੂ ਦੇ ਸਿੱਖਾਂ ਅਤੇ ਭਗਤਾਂ ਵਿੱਚ ਗਿਣਿਆ ਗਿਆ। ਅੰਤਕਾਲ ਨਰਕਾਂ ਦੀ ਥਾਂ ਸਵਰਗਾਂ ਵਿੱਚ ਪੁੱਜਾ ਅਤੇ ਇਹੀ ਸਿਮਰਨ ਅਤੇ ਸਤ ਸੰਗਤ ਦਾ ਪ੍ਰਤਾਪ ਹੈ। ਸਤ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿੱਥੇ ਅਕਾਲ ਪੁਰਖ ਦੇ ਗੁਣ ਸਿੱਖੇ ਜਾ ਸਕਦੇ ਹਨ।
ਜਿਸ ਤਰ੍ਹਾਂ ਚੰਦਨ ਦੇ ਨੇੜੇ ਰਿਣ ਦਾ ਬੂਟਾ ਵਸਦਾ ਹੈ ਅਤੇ ਸੁਗੰਧਿਤ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਧ ਸੰਗਤ ਵਿੱਚ ਮਿਲ ਕੇ ਵਿਕਾਰੀ ਵੀ ਪਵਿੱਤਰ ਹੋ ਕੇ ਕਬੂਲ ਹੋ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਗੁਰਮਤਿ ਦੇ ਮਾਰਗ ਤੇ ਚੱਲ ਕੇ ਮਨੁੱਖ ਦੇ ਵਿਕਾਰ ਮਿਟ ਜਾਂਦੇ ਹਨ ਅਤੇ ਉਹ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਫਿਰ ਨਾ ਹੀ ਕੋਈ ਵੈਰੀ ਦਿਸਦਾ ਹੈ, ਨਾ ਹੀ ਕੋਈ ਓਪਰਾ, ਸਾਰਿਆਂ ਨਾਲ ਹੀ ਮਨੁੱਖ ਦਾ ਪਿਆਰ ਬਣ ਜਾਂਦਾ ਹੈ। ਪਰ ਜੋ ਕੁਝ ਸੰਗਤ ਨਾਲ ਜੁੜਦਾ ਹੈ, ਉਸੇ ਨੂੰ ਜਮਾ ਦੀ ਮਾਰ ਪੈਂਦੀ ਹੈ, ਉਸ ਦਾ ਜੀਵਨ ਬਰਬਾਦ ਹੋ ਜਾਂਦਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਉਹ ਫਸਿਆ ਰਹਿੰਦਾ ਹੈ। ਗੁਰੂ ਗਿਆਨ ਤੋਂ ਬਿਨਾਂ ਪੈ ਅਤੇ ਪਰਮ ਉਸ ਦਾ ਪਿੱਛਾ ਨਹੀਂ ਛੱਡਦੇ। ਪਰ ਸਾਧ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਹੋਰ ਸਾਰੇ ਕਰਮਾਂ ਨਾਲੋਂ ਸ਼੍ਰੇਸ਼ਟ ਕਰਮ ਹੈ। ਆਮ ਤੌਰ ਤੇ ਲੋਕ ਮਿੱਥੇ ਹੋਏ ਧਾਰਮਿਕ ਕਰਮ ਹੀ ਕਰਦੇ ਹਨ ਅਤੇ ਸੋਚਦੇ ਹਨ ਕਿ ਇਸ ਤਰ੍ਹਾਂ ਅਕਾਲ ਪੁਰਖ ਨੂੰ ਪਾਇਆ ਜਾ ਸਕਦਾ ਹੈ, ਪਰ ਇਹਨਾਂ ਸਾਧਨਾ ਨਾਲ 5 ਵਿਕਾਰਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਸਗੋਂ ਹੰਕਾਰ ਵਿੱਚ ਵਾਧਾ ਹੋ ਜਾਂਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧ ਸੰਗਤ ਵਿੱਚ ਬਹਿ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਹੋਰ ਸਾਰੇ ਕਰਮਾਂ ਨਾਲੋਂ ਸ਼੍ਰੇਸ਼ਟ ਕਰਮ ਹੈ। ਜਿਹੜਾ ਮਨੁੱਖ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ, ਉਸੇ ਦੇ ਅੰਦਰ ਗੁਰੂ ਦੇ ਬਖਸ਼ੇ ਗਿਆਨ ਦਾ ਰਤਨ ਚਮਕ ਪੈਂਦਾ ਹੈ। ਉਸ ਦੇ ਹਿਰਦੇ ਵਿੱਚ ਆਤਮਿਕ ਗਿਆਨ ਦਾ ਚਾਨਣ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਉਸ ਦਾ ਦੂਰ ਹੋ ਜਾਂਦਾ ਹੈ। ਇਸ ਲਈ ਆਪਣੇ ਮਨ ਨੂੰ ਗੁਰਬਾਣੀ ਅਨੁਸਾਰ ਚਲਾਉਣਾ ਹੈ ਤਾਂ ਜੋ ਅਕਾਲ ਪੁਰਖ ਦੀ ਯਾਦ ਹਿਰਦੇ ਵਿੱਚ ਹਮੇਸ਼ਾ ਕਾਇਮ ਰਹੇ ਅਤੇ ਹਰ ਰੋਜ਼ ਇਹੀ ਬੇਨਤੀ ਕਰਨੀ ਹੈ ਕਿ ਹੇ ਮੇਰੇ ਪਿਆਰੇ, ਮੇਰੇ ਵਾਸਤੇ ਉਹ ਟੋਟਕਾਓ ਜਿਸ ਦੇ ਰਾਹੀਂ ਮੇਰੀ ਜੀਭ ਅਕਾਲ ਪੁਰਖ ਦਾ ਨਾਮ ਉਚਾਰਦੀ ਰਹੇ। ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖ, ਮੇਰੀ ਬੇਨਤੀ ਸੁਣ। ਜਿਵੇਂ ਸੰਤ ਜਨ ਸਦਾ ਤੇਰਾ ਰਸ ਭਰੇ ਗੁਣ ਗਾਉਂਦੇ ਰਹਿੰਦੇ ਹਨ, ਮੈਂ ਵੀ ਤੇਰੇ ਗੁਣ ਗਾਉਂਦਾ ਰਹਾ। ਸੇ ਸੰਜੋਗ ਕਰੋ ਹੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸਾਧ ਗਾਵੇ ਹੈ ਗੁਣ ਸਦਾ ਰਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।